सत श्री अकाल नाजरीन, मैं हरमीत शाह सिंह, सीनियर एडिटर इंडिया टुडे टीवी। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਰਬਤ ਖਾਲਸਾ ਦੀ, ਔਰ ਇਸ ਕਰਕੇ ਕਰਨ ਜਾ ਰਹੇ ਹਾਂ ਕਿਉਂਕਿ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਵੀਡੀਓ ਆਇਆ ਹੈ ਉਸ ਵਿੱਚ ਉਸਨੇ ਦੋ ਵੀਡੀਓ ਆਏ ਸੀ ਬੈਕ ਟੂ ਬੈਕ, ਤੇ ਉਸ ਵਿੱਚ ਉਸਨੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਇਹ ਮੰਗ ਕੀਤੀ, ਕੰਸੀਡਰ ਕਰੋ ਕਿ ਸਰਬਤ ਖਾਲਸਾ ਬੁਲਾਇਆ ਜਾਏ। ਸੋ ਇਸ ਪੱਖ ਦੇ ਉੱਤੇ ਕਿਉਂਕਿ ਸਰਬਤ ਖਾਲਸਾ ਦੀ ਟਰਮ ਆਈ ਔਰ ਅੱਜ ਦੇ ਯੁੱਗ ਦੇ ਵਿੱਚ ਇੰਨੀ ਵੱਡੀ ਜਿਹੜੀ ਹੈ ਸਟੋਰੀ ਡਿਵੈਲਪ ਹੋਈ, ਤਾਂ ਉਸ ਤੋਂ ਬਾਅਦ ਸਾਨੂੰ ਕਈ ਸਵਾਲ ਵੀ ਆਏ ਕਿ ਸਾਨੂੰ ਥੋੜ੍ਹਾ ਐਕਸਪਲੇਨ ਕੀਤਾ ਜਾਏ ਕਿ ਇਹ ਸਰਬਤ ਖਾਲਸਾ ਕੀ ਹੁੰਦਾ ਹੈ। ਸੋ ਅਸੀਂ ਸੋਚਿਆ ਕਿਉਂ ਨਾ ਇੱਕ ਵੀਡੀਓ ਰਾਹੀਂ ਅਸੀਂ ਇਹ ਚੀਜ਼ ਜਿਹੜੀ ਹੈ ਉਹ ਐਕਸਪਲੇਨ ਕਰੀਏ ਕਿ ਆਖਰ ਸਰਬਤ ਖਾਲਸਾ ਹੁੰਦਾ ਕੀ ਹੈ ਔਰ ਇਹ ਜਿਹੜੀ ਪਰੰਪਰਾ ਹੈ ਕਿੱਥੋਂ ਸ਼ੁਰੂ ਹੋਈ। ਇਸ ਦੇ ਦੋ ਪਹਿਲੂ ਨੇ ਜਿਹੜਾ ਬੜਾ ਗੌਰ ਕਰਨ ਯੋਗ ਨੇ। ਜਿਹੜੀ ਸਰਬਤ ਖਾਲਸਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਜਿਹੜੇ ਦੋ ਪਹਿਲੂਆਂ ਦੀ ਮੈਂ ਗੱਲ ਕਰ ਰਿਹਾ ਉਹ ਹੈ ਕਿ ਸਰਬਤ ਖਾਲਸਾ ਦੀ ਕਦੋਂ ਉਹ ਆਰੰਭਤਾ ਹੁੰਦੀ ਹੈ, ਤੇ ਦੂਸਰਾ ਉਸ ਤੋਂ ਵੀ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਇਹ ਹੈਗੀ ਕਿ ਉਸ ਦਾ ਸਿਧਾਂਤ ਕੀ ਸੀ। ਸਿਧਾਂਤ ਦੇ ਉੱਤੇ ਗੌਰ ਕਰਨ ਦੀ ਬੜੀ ਲੋੜ ਹੋਏਗੀ। ਫਿਲਹਾਲ ਆਪਾਂ ਪਹਿਲੇ ਚੱਲਦੇ ਹਾਂ ਕਿ ਸਰਬਤ ਖਾਲਸਾ ਦੀ ਪਰੰਪਰਾ ਸ਼ੁਰੂ ਕਿਵੇਂ ਹੁੰਦੀ ਹੈ ਤੇ ਇਸ ਦਾ ਅਰਥ ਕੀ। ਜਿਹੜਾ ਸ਼ਬਦੀ ਅਰਥ ਹੈ, ਲਫ਼ਜ਼ੀ ਅਰਥ ਹੈ ਸਰਬਤ ਖਾਲਸਾ ਦਾ, ਉਹ ਹੈਗਾ ਸਿੱਖ ਕਲੈਕਟਿਵ, ਕਿ ਜਿੱਥੇ ਜਿੱਥੇ ਸਿੱਖ ਹੈਗਾ ਉਹ ਇੱਕ ਜਗ੍ਹਾ ਆ ਕੇ ਇਕੱਤਰਤ ਹੋਵੇ ਤੇ ਉਹ ਅਖੀਰ ਉਹ ਫਿਰ ਡਿਸਕਸ ਕੀ ਕਰਨਗੇ। ਡਿਸਕਸ ਉਹ ਮੁੱਦੇ ਹੁੰਦੇ ਨੇ ਜਿਹੜੇ ਪੂਰੀ ਕੌਮ ਦੇ ਉੱਤੇ ਅਸਰਅੰਦਾਜ਼ ਹੋਣ। ਉਹ ਜਿਹੜੇ ਇਸ਼ੂਜ਼ ਨੇ ਉਸ ਨੂੰ ਜਿਹੜਾ ਡਿਸਕਸ਼ਨ ਹੁੰਦੀ ਹੈ ਉਸ ਇਕੱਠ ਨੂੰ ਫਿਰ ਉਹ ਸਰਬਤ ਖਾਲਸਾ ਦਾ ਨਾਂ ਦਿੱਤਾ ਜਾਂਦਾ ਹੈ। ਔਰ ਇਹ ਪਰੰਪਰਾ ਜਿਹੜੀ ਸ਼ੁਰੂ ਹੁੰਦੀ ਹੈ ਇਹ ਸ਼ੁਰੂ ਹੁੰਦੀ ਹੈ 18ਵੀਂ ਸਦੀ ਦੇ ਵਿੱਚ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲੀ ਖਾਲਸਾ ਸੋਵਰਨ ਸਟੇਟ ਬਣਾਈ। 1710 ਵਿੱਚ ਉਹ ਸਰਹੰਦ ਫਤਿਹ ਕਰਦੇ ਨੇ ਤੇ 1716 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਬੜਾ ਜ਼ੁਲਮ ਹੁੰਦਾ ਉਸ ਤੋਂ ਬਾਅਦ, ਕਿਉਂਕਿ ਇੱਕ ਪਾਸੇ ਜਿਹੜੇ ਮੁਗਲ ਹੁੰਦੇ ਨੇ ਫਿਰ ਉਹ ਬੜੇ ਫੋਰਸ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਦਿੱਲੀ ਦਰਬਾਰ ਤੇ ਲਾਹੌਰ ਦਰਬਾਰ ਦੇ ਵਿੱਚ ਇੱਕ ਜਿਹੜਾ ਬਫਰ ਸਟੇਟ ਕ੍ਰੀਏਟ ਕਰ ਦਿੱਤਾ ਤੇ ਉਸ ਨਾਲ ਮੁਗਲ ਹਕੂਮਤ ਦੀਆਂ ਜਿਹੜੇ ਸੀ ਉਹ ਜੜ੍ਹਾਂ ਹਿਲ ਚੁੱਕੀਆਂ ਸਨ। ਲੇਕਿਨ ਫਿਰ ਉਹ ਰੀਇਨਫੋਰਸਮੈਂਟ ਭੇਜਦੇ ਨੇ ਔਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨਾਲ 700 ਤੋਂ ਵੱਧ ਜਿਹੜੇ ਸਿੰਘ ਹੁੰਦੇ ਨੇ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਕੈਦ ਕੀਤਾ ਜਾਂਦਾ ਹੈ ਔਰ ਦਿੱਲੀ ਲਿਆਇਆ ਜਾਂਦਾ ਤੇ ਬੜੇ ਤਸ਼ੱਦਦ ਦੇ ਕੇ ਸ਼ਹਾਦਤ ਹੁੰਦੀ ਹੈ 1716 ਦੇ ਵਿੱਚ। ਇਹ ਜਿਹੜਾ ਪੀਰੀਅਡ ਹੁੰਦਾ ਹੈ ਉਸ ਤੋਂ ਬਾਅਦ ਬੜਾ ਤਸ਼ੱਦਦ ਵੱਡੇ ਪੱਧਰ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਸਿੱਖਾਂ ਉੱਤੇ ਹੋਣਾ ਸ਼ੁਰੂ ਹੁੰਦਾ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਬਹੁਤੀ ਆਬਾਦੀ ਪੰਜਾਬ ਵਿੱਚ ਹੀ ਸੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਕਿਉਂਕਿ ਹੁਣ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਫਿਰ ਸਰਬਤ ਖਾਲਸਾ ਦੀ ਪਰੰਪਰਾ ਨੂੰ ਅੱਗੇ ਵਧਾਉਂਦੀ ਹੈ। ਤੇ ਮੇਨ ਜਿਹੜਾ ਮੰਤਵ ਇਹ ਹੁੰਦਾ ਹੈ ਕਿ ਕਿਸ ਤਰ੍ਹਾਂ, ਕਿਉਂਕਿ ਅਗਰ ਉਸ ਦਾ ਮੈਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਾਂ ਤੇ ਮੈਂ ਉਸ ਨੂੰ ਅੱਜ ਦੀ ਮਾਡਰਨ ਟਰਮੀਨੋਲੋਜੀ ਦੇ ਵਿੱਚ ਕਹਾਂਗਾ, ਉਹ ਇੱਕ ਤਰ੍ਹਾਂ ਦੀ ਸਟ੍ਰੈਟੇਜਿਕ ਸਿੱਖ ਪਲੀਨਰੀ ਸੀ, ਜਿੱਥੇ ਸਟ੍ਰੈਟੇਜਿਕ ਡਿਸੀਜਨ ਮੇਕਿੰਗ ਹੁੰਦੀ ਸੀ ਕਿ ਹੁਣ ਅਸੀਂ ਅੱਗੇ ਦੀ ਵਿਉਂਤ ਕੀ ਬਣਾਉਣੀ ਹੈ। ਔਰ 1721 ਦੇ ਵਿੱਚ ਕਮਿਊਨਿਟੀ ਦੇ ਵਿੱਚ ਹੀ ਕੁਝ ਇੰਟਰਨਲ ਡਿਫਰੈਂਸਿਸ ਸੀ ਔਰ ਉਸ ਤੋਂ ਬਾਅਦ ਉਹ ਇੰਟਰਨਲ ਡਿਫਰੈਂਸਿਸ ਜਿਹੜੇ ਨੇ ਅੰਮ੍ਰਿਤਸਰ ਸਰਬਤ ਖਾਲਸਾ ਬੁਲਾਇਆ ਜਾਂਦਾ ਹੈ, ਜਿਸ ਦਾ ਮੈਂ ਸ਼ਾਬਦਿਕ ਅਰਥ ਦੱਸ ਦਿੱਤਾ। ਸਿੱਖ ਕਲੈਕਟਿਵ ਹੁੰਦੀ ਜਿਸ ਵਿੱਚ ਵੱਖੋ ਵੱਖ ਜਿਹੜੇ ਧੜੇ ਹੁੰਦੇ ਨੇ ਉਹ ਆ ਕੇ ਇਕੱਤਰਤ ਹੁੰਦੇ ਨੇ ਔਰ ਉਸ ਤੋਂ ਬਾਅਦ 1721 ਦੇ ਵਿੱਚ ਰਿਜ਼ੋਲਵ ਕੀਤਾ ਜਾਂਦਾ ਡਿਫਰੈਂਸ। ਤੇ ਖੁਸ਼ਵੰਤ ਸਿੰਘ ਹੋਰੀ ਆਪਣੀ ਕਿਤਾਬ ਹਿਸਟਰੀ ਆਫ ਦ ਸਿੱਖਸ ਵਿੱਚ ਲਿਖਦੇ ਨੇ, ਵਨਸ the internal squabbles was settled, the ਸਰਬਤ ਖਾਲਸਾ became a real force। ਇਹ ਉਹ ਆਪਣੀ ਪੁਸਤਕ ਹਿਸਟਰੀ ਆਫ ਦ ਸਿੱਖਸ ਵਿੱਚ ਲਿਖਦੇ ਨੇ ਖੁਸ਼ਵੰਤ ਸਿੰਘ ਹੋਰੀ। ਉਸ ਤੋਂ ਬਾਅਦ ਫਿਰ ਆਪਾਂ ਪਹੁੰਚਦੇ ਹਾਂ, ਸਮਾਂ ਆਉਂਦਾ ਹੈਗਾ 1733 ਦਾ। 1733 ਕਿਉਂਕਿ ਹੁਣ ਇੱਕ ਫੋਰਸ ਬਣ ਚੁੱਕਾ ਹੈ ਸਰਬਤ ਖਾਲਸਾ। 1733 ਦੇ ਵਿੱਚ ਲਾਹੌਰ ਦਾ ਗਵਰਨਰ ਹੁੰਦਾ ਜ਼ਕਰੀਆ ਖਾਨ। ਜਿਹੜਾ ਜ਼ਕਰੀਆ ਖਾਨ ਹੈ ਫਿਰ ਉਸ ਨੂੰ ਹੁਣ ਸਰਬਤ ਖਾਲਸਾ ਦੀ ਜਿਹੜੀ ਸਟ੍ਰੈਟੇਜਿਕ ਥਿੰਕ ਟੈਂਕ ਬਣ ਚੁੱਕਾ ਸੀ, ਉਸ ਦੀ ਤਾਕਤ ਦਾ ਅੰਦਾਜ਼ਾ ਹੋ ਚੁੱਕਾ ਹੁੰਦਾ ਹੈ ਕਿ ਸਿੱਖ ਜਿਹੜੇ ਹੈਗੇ ਨੇ ਪੰਜਾਬ ਦੇ ਉਹ ਹੁਣ ਬਾਕਾਇਦਾ ਇੱਕ ਉੱਭਰ ਗਏ ਨੇ ਔਰ ਇਕੱਠ ਹੋ ਚੁੱਕਾ ਹੈ। ਔਰ ਉਹ ਫਿਰ ਕੀ ਕਰਦਾ ਹੈ ਕਿ ਆਪਣਾ ਇੱਕ ਅੰਬੈਸਡਰ ਭੇਜਦਾ ਹੈ ਸਰਬਤ ਖਾਲਸਾ ਦੇ ਮੌਕੇ ਦੇ ਉੱਤੇ, ਬਿਕੋਜ਼ ਇਹ ਦੋ ਮੀਟਿੰਗਾਂ ਹੁੰਦੀਆਂ ਸੀ, ਇਹ ਵੀ ਯਾਦ ਰਹੇ ਸਾਲ ਦੇ ਵਿੱਚ। ਇੱਕ ਹੁੰਦੀ ਸੀ ਵਿਸਾਖ ਦੇ ਦੌਰਾਨ ਤੇ ਇੱਕ ਹੁੰਦੀ ਸੀ ਦੀਵਾਲੀ ਦੇ ਇਰਦ ਗਿਰਦ। ਤੇ ਉਸ
ਮੀਟਿੰਗ ਦੇ ਵਿੱਚ ਉਹਦਾ ਐਨਵੋਏ ਆਂਦਾ ਹੈ, ਉਸਦਾ ਐਂਬੈਸਡਰ ਆਂਦਾ ਹੈ, ਉਸਦਾ ਦੂਤ ਆਂਦਾ ਹੈ ਔਰ ਜ਼ਕਰੀ ਉਹ 3 ਪਿੰਡ ਦਿੱਤੇ ਜਾਂਦੇ ਨੇ ਬਤੌਰੇ ਜਗੀਰ ਤੇ ਕਪੂਰ ਸਿੰਘ ਹੋਰਾਂ ਨੂੰ ਸਰਬੱਤ ਖਾਲਸਾ ਉੱਥੇ ਫਿਰ ਉਹਨਾਂ ਪਿੰਡਾਂ ਦਾ ਜਗੀਰਦਾਰ ਥਾਪਦਾ ਹੈ ਤੇ ਉਹਨਾਂ ਦਾ ਨਾਂ ਹੁੰਦਾ ਹੈ, ਫਿਰ ਉਹਨਾਂ ਨੂੰ ਨਾਂ ਦਿੱਤਾ ਜਾਂਦਾ ਹੈਗਾ, ਟਾਈਟਲ ਦਿੱਤਾ ਜਾਂਦਾ ਹੈ ਨਵਾਬ ਕਪੂਰ ਸਿੰਘ। ਇਹ ਹੋਈ 1733 ਦੀ ਗੱਲ। ਫਿਰ ਉਸ ਤੋਂ ਅੱਗੇ ਆਪਾਂ ਤੁਰਦੇ ਹਾਂ, ਆ ਜਾਂਦਾ ਜੀ 1745 ਦਾ ਸਰਬੱਤ ਖਾਲਸਾ ਜਿਹੜਾ ਉੱਥੇ ਕੀਤਾ ਜਾਂਦਾ ਹੈਗਾ ਅੰਮ੍ਰਿਤਸਰ। ਇਸ ਸਰਬੱਤ ਖਾਲਸੇ ਦੇ ਵਿੱਚ ਕੀ ਹੁੰਦਾ ਹੈ ਕਿ 25 ਤਕਰੀਬਨ ਰੈਜੀਮੈਂਟਸ ਹੁੰਦੀਆਂ ਨੇ, ਖਾਲਸਾਈ ਰੈਜੀਮੈਂਟਸ ਹੁੰਦੀਆਂ ਨੇ, ਉਹਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਕਮਾਂਡ ਹੈ ਉਹ ਦੇ ਦਿੱਤੀ ਜਾਂਦੀ ਹੈਗੀ ਹੈ ਨਵਾਬ ਕਪੂਰ ਸਿੰਘ ਦੇ ਹਵਾਲੇ ਕਿ ਹੁਣ ਤੁਸੀਂ ਇਹ ਜਿਹੜੇ ਇਹਨਾਂ ਦੀ ਜਿਹੜੀ ਇੱਕ ਕਲੈਕਟਿਵ ਕਮਾਂਡ ਹੈ ਉਹ ਨਵਾਬ ਕਪੂਰ ਸਿੰਘ ਦੇ ਹੱਥ ਹੋਏਗੀ। ਫਿਰ 1747 ਆਉਂਦਾ। 1747 ਦੇ ਵਿੱਚ ਇੱਕ ਸਰਬੱਤ ਖਾਲਸਾ ਹੁੰਦਾ, ਫਿਰ ਇੱਥੇ ਇੱਕ ਅੰਮ੍ਰਿਤਸਰ ਇੱਕ ਕਿਲਾ ਥਾਪਿਆ ਜਾਂਦਾ ਹੈ ਔਰ ਫਿਰ ਨਾਲ ਦੇ ਨਾਲ ਹੀ ਜਿਹੜੀ ਕਮਾਂਡ ਹੁੰਦੀ ਹੈਗੀ ਹੈ ਖਾਲਸਾਈ ਫੌਜਾਂ ਦੀ ਉਹ ਦਿੱਤੀ ਜਾਂਦੀ ਹੈਗੀ ਹੈ ਜੱਸਾ ਸਿੰਘ ਆਹਲੂਵਾਲੀਆ ਹੋਰਾਂ ਨੂੰ। ਤੇ ਹੁਣ ਇਹ ਜਿਹੜਾ ਮੌਕਾ ਹੁੰਦਾ, ਇਹ ਜਿਹੜਾ ਸਮਾਂ ਹੁੰਦਾ ਹੈ, ਇੱਕਦਮ ਅਫਗਾਨੀ ਵੀ ਆਣੇ ਸ਼ੁਰੂ ਹੋ ਚੁੱਕੇ ਹੁੰਦੇ ਨੇ, ਉਹਨਾਂ ਦਾ ਵੀ ਤਸ਼ੱਦਦ ਵੱਧ ਰਿਹਾ ਹੁੰਦਾ ਔਰ ਉਹਨਾਂ ਦਾ ਮੁੱਖ ਜਿਹੜਾ ਟਾਰਗੇਟ ਹੁੰਦਾ ਕਿਉਂਕਿ ਉਹਨਾਂ ਨੇ ਆਉਣਾ ਹੁੰਦਾ ਤੇ ਉਹਨਾਂ ਉੱਤੇ ਬਹੁਤੇ ਉਹਨਾਂ ਨੂੰ ਰੈਜ਼ਿਸਟੈਂਸ ਪੰਜਾਬ ਦੇ ਸਿੱਖਾਂ ਤੋਂ ਹੀ ਮਿਲਦੀ ਹੈ ਤੇ ਉਹ ਫਿਰ ਆ ਕੇ ਬਹੁਤ ਤਸ਼ੱਦਦ ਕਰਦੇ ਨੇ। ਇੱਕ ਪਾਸੇ ਮੁਗਲ ਹੁੰਦੇ ਨੇ, ਇੱਕ ਪਾਸੇ ਅਫਗਾਨ ਹੁੰਦੇ ਨੇ ਤੇ ਦੋ ਤਰਫਾ ਜਿਹਾ ਇੱਕ ਪਰਸੀਕਿਊਸ਼ਨ ਦਾ ਦੌਰ ਬੜਾ ਸ਼ੁਰੂ ਹੁੰਦਾ ਹੈ। ਆਪਾਂ ਸਭ ਜਾਣਦੇ ਹਾਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਇਹ ਸਾਰਾ ਉਹ ਦੌਰ ਚੱਲ ਰਿਹਾ ਹੈ ਤੇ ਇਸ ਵਿੱਚ ਸਰਬੱਤ ਖਾਲਸਾ ਵੀ ਹੁੰਦਾ ਪਿਆ ਹੈਗਾ। ਤੇ ਉਸ ਤੋਂ ਬਾਅਦ ਜਦੋਂ 1760 ਆਉਂਦਾ ਹੈ ਤੇ ਉਸ ਵਿੱਚ ਜਿਹੜਾ ਇੱਕ ਸਰਬੱਤ ਖਾਲਸਾ ਜਦੋਂ ਉੱਥੇ ਬਹਿੰਦਾ ਹੈ ਤੇ ਉਹ ਫਿਰ ਇੱਕ ਐਲਾਨ ਕਰਦੇ ਨੇ, ਉਸ ਵਿੱਚ ਇੱਕ ਫੈਸਲਾ ਲਿੱਤਾ ਜਾਂਦਾ ਹੈ ਕਿ ਆਪਾਂ ਹੁਣ ਲਾਹੌਰ ਤੇ ਫਤਿਹ ਪਾਣੀ ਹੈ। ਔਰ 1761 ਦੇ ਵਿੱਚ ਜਦੋਂ ਪਾਣੀਪਤ ਦੀ ਲੜਾਈ ਹੁੰਦੀ ਹੈ, ਅਹਿਮਦ ਸ਼ਾਹ ਅਬਦਾਲੀ ਆਪਣਾ ਉਹ ਲੜਾਈ ਦੀ ਜਿਹੜੀ ਜੇਤੂ ਹੋ ਕੇ ਵਾਪਸ ਜਾ ਰਿਹਾ ਹੁੰਦਾ ਤੇ ਉਸ ਦੀ ਰੰਗ ਦੇ ਵਿੱਚ ਭੰਗ ਤਾਂ ਪੈਂਦੀ ਜਦ ਉਸਨੂੰ ਪਤਾ ਲੱਗਦਾ ਹੈ ਕਿ ਇੱਥੇ ਤੇ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਦੇ ਹੇਠ ਲਾਹੌਰ ਜਿਹੜਾ ਹੈਗਾ ਉਹ ਫਤਿਹ ਕਰ ਲਿਆ ਹੈਗਾ ਤੇ ਉਹ ਬਰੀਫ ਜੀ ਵਿਕਟਰੀ ਹੁੰਦੀ ਹੈ ਭਾਵੇਂ ਸਿੱਖਾਂ ਦੀ, ਲੇਕਿਨ ਉਸ ਨਾਲ ਇੱਕ ਨੀਂਹ ਰੱਖੀ ਜਾ ਚੁੱਕੀ ਹੁੰਦੀ ਹੈਗੀ ਹੈ। ਨੀਂਹ ਜਾਂ ਕਹਿ ਸਕਦੇ ਹਾਂ, ਨੀਂਹ ਤੇ ਖੈਰ ਬੰਦਾ ਬਹਾਦਰ ਨੇ ਰੱਖ ਦਿੱਤੀ ਸੀ, ਹੋਰ ਇੱਕ ਜਿਹੜਾ ਰਾਹ ਜਿਹੜਾ ਹੈਗਾ ਉਹ ਸਮੂਥ ਹੋ ਜਾਂਦਾ ਹੈਗਾ ਜੋ 40 ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ। ਸੋ ਇਹ ਸੀ ਸਰਬੱਤ ਖਾਲਸਾ ਦਾ ਇਤਿਹਾਸ ਜਿਹੜਾ ਜਿਸ ਨੇ ਸ਼ੇਪ ਕੀਤਾ ਸਿੱਖਾਂ ਦੇ ਸਟ੍ਰੈਟੇਜਿਕ ਪੋਲੀਟੀਕਲ ਕੋਰਸ ਨੂੰ 18ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ। ਜਦੋਂ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਤੇ ਉਸ ਤੋਂ ਬਾਅਦ ਉਹ ਫਿਰ ਪਰੰਪਰਾ ਜਿਹੜੀ ਉਹ ਡਿਸਐਰੇ ਹੋ ਜਾਂਦੀ ਹੈਗੀ ਬਿਕੋਜ਼ ਉਹ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਇੱਕ ਫੋਰਸ ਹੁੰਦੇ ਨੇ ਤੇ ਲਿਖਾਰੀ ਇਹ ਵੀ ਲਿਖਦੇ ਨੇ ਕਿਉਂਕਿ ਉਹ ਸ਼ਾਸਕ ਸਨ ਤੇ ਉਹ ਫਿਰ ਬਹੁਤਾ ਇਸ ਪਰੰਪਰਾ, ਇਹ ਜਿਹੜੀ ਪਰੰਪਰਾ ਹੈਗੀ ਹੈ ਇਹ ਆਲਮੋਸਟ ਉਹ ਉਹਨਾਂ ਦੇ ਜਿਹੜਾ ਰਾਜ ਹੁੰਦਾ 40 ਵਰਿਆਂ ਦਾ ਉਸ ਵਿੱਚ ਇਹ ਬਹੁਤੀ ਕੋਈ ਚਲਦੀ ਨਹੀਂ, ਬਲਕਿ ਉਹ ਬਹੁਤ ਅਲੋਪ ਹੀ ਹੋ ਚੁੱਕੀ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਬੱਤ ਖਾਲਸਾ ਦਾ ਮੁੱਖ ਸਿਧਾਂਤ ਕੀ ਸੀ। ਸਰਬੱਤ ਖਾਲਸਾ ਜਿਹੜਾ ਮੁੱਖ ਸਿਧਾਂਤ ਸੀ ਉਹ ਸੀ ਕੰਸੈਂਸਸ, ਉਹ ਸੀ ਯੂਨੈਨਿਮਿਟੀ ਔਰ ਦੂਸਰਾ ਸੀ ਵਿਚਾਰ ਕਰਨਾ। ਜਦੋਂ ਉੱਥੇ ਇਤਨੇ ਧੜੇ ਇਕੱਠੇ ਹੁੰਦੇ ਸਨ ਉਹ ਵਿਚਾਰ ਕਰਦੇ ਸਨ ਔਰ ਜਿਹੜਾ ਜਿਸ ਸਥਾਨ ਤੇ ਬਿਕੋਜ਼ ਉਹ ਅੰਮ੍ਰਿਤਸਰ ਹੀ ਹੁੰਦਾ ਸੀ ਔਰ ਅਕਾਲ ਤਖਤ ਸਾਹਿਬ ਮੋਸਟਲੀ ਰਿਹਾ ਤੇ ਉੱਥੇ ਜਦੋਂ ਉਹਨਾਂ ਨੇ ਮੀਟਿੰਗ ਕਰਨੀ ਤੇ ਉੱਥੇ ਸ਼ਸਤਰ ਬਾਹਰ ਰੱਖ ਕੇ ਆਉਂਦੇ ਸਨ, ਅੰਦਰ ਵਿਚਾਰ ਹੁੰਦੇ ਸਨ ਤੇ ਉਸ ਤੋਂ ਬਾਅਦ ਉੱਥੇ ਗੁਰਮਤਾ ਨਿਕਲਦਾ ਸੀ। ਗੁਰਮਤਾ ਗੁਰੂ ਦੀ ਮੱਤ ਦੇ ਮੁਤਾਬਕ ਤੇ ਸਿਧਾਂਤਕ ਪੱਖੋਂ ਦੇਖਿਆ ਜਾਏ ਤੇ ਇੱਕ ਬਹੁਤ ਹੀ ਇੱਕ ਸਟ੍ਰੈਟੇਜਿਕ, ਜਿਸ ਤਰ੍ਹਾਂ ਮੈਂ ਕਿਹਾ ਸਿੱਖ ਪਲੀਨਰੀ ਦੀ ਤਰ੍ਹਾਂ ਇਵੋਲਵ ਹੋਇਆ, ਇਹ ਇੰਸਟੀਟਿਊਸ਼ਨ ਹੀ ਬਣ ਗਿਆ ਸਰਬੱਤ ਖਾਲਸਾ। ਆਪਣੇ ਆਪ ਤਾਕਤ ਆ ਗਈ। ਉਸ ਜਿਹੜੀ ਤਾਕਤ ਇਸ ਨੂੰ ਮਿਲੀ ਉਹ ਮਿਲੀ ਇੱਕ ਜੁਟਤਾ ਤੋਂ, ਉਹ ਮਿਲੀ ਵਿਚਾਰ ਵਟਾਂਦਰੇ ਤੋਂ। ਡਿਬੇਟਾਂ ਨਹੀਂ ਹੋ ਰਹੀਆਂ, ਉੱਥੇ ਵਿਚਾਰ ਹੋ ਰਹੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਯੂਨੈਨਿਮਿਟੀ ਹੁੰਦੀ ਸੀ ਤੇ ਫਿਰ ਅਰਦਾਸਾ ਸੋਧਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਉਸ ਉੱਤੇ ਜਦੋਂ ਸਾਰਾ ਗੱਲ ਹੋ ਜਾਂਦੀ ਗੁਰਮਤਾ ਨਿਕਲਦਾ ਸੀ, ਫਿਰ ਇਹ ਵੀ ਅਰਦਾਸ ਹੁੰਦੀ ਕਿ ਸਾਨੂੰ ਚੱਲਣ ਦੀ ਸਮਰੱਥਾ ਬਖਸ਼ੀ ਜਾਏ। ਔਰ ਇਹ ਜਿਹੜੀ ਸੋਚ ਸੀ 18ਵੀਂ ਸਦੀ ਦੇ ਸਿੱਖਾਂ ਦੀ, ਇਹ ਬੜੀ ਬਾਕਮਾਲ ਸੋਚ ਸੀ ਔਰ ਇਸ ਨੇ ਅੱਗੋਂ ਜੋ ਰਾਹ ਬਣਾਇਆ ਉਹ ਬਣਾਇਆ ਮਹਾਰਾਜਾ ਰਣਜੀਤ ਸਿੰਘ ਦੇ ਰਾਹ। ਬਿਕੋਜ਼ ਇੱਕ ਜੁਟਤਾ ਦੀ ਗੱਲ ਆ ਚੁੱਕੀ ਸੀ ਸਿੱਖਾਂ ਦੇ ਵਿੱਚ ਔਰ ਕਿਉਂਕਿ ਬੜਾ ਵੱਡਾ ਪਰਸੀਕਿਊਸ਼ਨ ਦਾ ਦੌਰ ਸੀ, ਧੜੇ ਵੀ ਬਣ ਚੁੱਕੇ ਸੀ।
ਜਦੋਂ 1986 ਚ ਵੀ ਸਰਬਤ ਖਾਲਸਾ ਆਪਾਂ ਵੇਖਿਆ, ਖੈਰ ਉਹ ਬੜਾ ਇੱਕ ਦੁਖਦਾਈ ਵੇਲਾ ਸੀ। 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੁੰਦਾ, ਫਿਰ ਸਰਬਤ ਖਾਲਸਾ ਸੱਦਿਆ ਜਾਂਦਾ ਹੈਗਾ, ਔਰ ਉਸ ਵਿੱਚ ਇੱਕ ਜਿਹੜਾ ਫੈਸਲਾ ਲਿੱਤਾ ਜਾਂਦਾ ਹੈ ਕਿ ਜਿਹੜੀ ਸਰਕਾਰ ਵੱਲੋਂ ਖੜੀ ਕੀਤੀ ਗਈ ਇਮਾਰਤ ਹੈ ਇਹ ਕਬੂਲ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਦੀ, ਤੇ ਜਿਹੜੀ ਸਿੱਖ ਜਿਹੜੇ ਨੇ ਉਹ ਆਪ ਜਿਹੜੀ ਹੈ ਸੇਵਾ ਕਰਨਗੇ ਔਰ ਉਹ ਇਮਾਰਤ ਬਣਾਉਣਗੇ। ਲੇਕਿਨ ਜਦੋਂ 2015 ਵਿੱਚ ਆਪਾਂ ਆਉਂਦੇ ਹਾਂ, ਫਿਰ ਕੁਝ ਜਥੇਬੰਦੀਆਂ ਇਕੱਠੀ ਹੁੰਦੀਆਂ ਨੇ ਔਰ ਉਹ ਸਰਬਤ ਖਾਲਸਾ ਇੱਕ ਇਕੱਠ ਨੂੰ ਸਰਬਤ ਖਾਲਸਾ ਦਾ ਨਾਂ ਵੀ ਦਿੱਤਾ ਜਾਂਦਾ ਹੈ। ਉਸ ਵਿੱਚ ਕਈ ਚੀਜ਼ਾਂ ਜਥੇਦਾਰ ਪੈਰਲਲ ਥਾਪ ਦਿੱਤੇ ਜਾਂਦੇ ਨੇ। ਬਹਿਰਹਾਲ ਉਹ ਫਿਰ ਕੰਟਰੋਵਰਸੀ ਪੈਦਾ ਹੁੰਦੀ ਹੈ। ਕਹਿਣ ਦਾ ਭਾਵ ਇਹ ਹੈਗਾ ਕਿ ਅੱਜ ਜਿਹੜਾ ਸਿੱਖ ਹੈਗਾ ਉਹ ਤਕਰੀਬਨ 100 ਮੁਲਕਾਂ ਵਿੱਚ ਹੋਣਾ ਹੈ, ਤੇ ਗੱਲ ਹੈਗੀ ਹੈ ਕਿ ਅੱਜ ਦੇ ਸੰਦਰਭ ਦੇ ਵਿੱਚ ਕੀ ਸਰਬਤ ਖਾਲਸਾ ਸੱਦਿਆ ਜਾ ਸਕਦਾ ਹੈ, ਤੇ ਕਿਉਂਕਿ ਇਤਨੀ ਫੈਕਸ਼ਨਲਿਜ਼ਮ ਹੋ ਚੁੱਕਾ ਹੈਗਾ ਕਿ ਉਧਰ ਇਹ ਤੇ ਨਹੀਂ ਹੋ ਸਕਦਾ ਕਿ ਸਰਬਤ ਖਾਲਸਾ ਤੁਸੀਂ ਸੱਦੋ ਤੇ ਉੱਥੇ ਸਿਰਫ ਮਤੇ ਪੜ੍ਹ ਦਿੱਤੇ ਜਾਣ, ਕਿ ਉੱਥੇ ਡਿਲੀਬਰੇਸ਼ਨਸ ਵੀ ਹੋ ਸਕਦੀਆਂ ਨੇ, ਡਿਸਕਸ਼ਨਸ ਵੀ ਹੋ ਸਕਦੀਆਂ ਨੇ, ਜਾਂ ਸਿਰਫ ਮਤੇ ਪੜ੍ਹੇ ਜਾ ਸਕਦੇ ਨੇ। ਅਗਰ ਹੁੰਦਾ ਸਰਬਤ ਖਾਲਸਾ ਕਦੀ ਸੱਦਿਆ ਜਾਂਦਾ ਹੈ, ਤੇ ਮੈਂ ਇਸ ਗੱਲ ਵਿੱਚ ਨਹੀਂ ਪੈ ਰਿਹਾ ਕਿ ਉਹ ਅੰਮ੍ਰਿਤਪਾਲ ਨਾਲ ਸੰਬੰਧਿਤ ਹੋਏ, ਬਿਕੋਜ਼ ਇੰਡੀਵਿਜੂਅਲ ਗੱਲਾਂ ਦੇ ਉੱਤੇ, ਇੰਡੀਵਿਜੂਅਲ ਲੋਕਾਂ ਦੇ ਮਸਲਿਆਂ ਦੇ ਉੱਤੇ ਇਹ ਗੱਲ ਸਰਬਤ ਖਾਲਸਾ ਨਹੀਂ ਸੱਦਿਆ ਜਾ ਸਕਦਾ। ਸਰਬਤ ਖਾਲਸਾ ਜਿਹੜਾ ਹੈ ਉਹ ਉਸ ਇਸ਼ੂ ਦੇ ਉੱਤੇ ਜੋ ਆਪਾਂ ਇਤਿਹਾਸ ਪੜ੍ਹਿਆ, ਜਿਤਨੀ ਸਾਨੂੰ ਸਮਝ ਹੈ, ਉਹ ਸੱਦਿਆ ਜਾ ਸਕਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਲਕਿ ਉਹੀ ਫਾਈਨਲ ਅਥਾਰਟੀ ਨੇ ਇਸ ਉੱਤੇ ਕਾਲ ਲੈਣ ਵਾਸਤੇ, ਲੇਕਿਨ ਸਿਧਾਂਤਕ ਪੱਖੋਂ ਉਹ ਉਹਨਾਂ ਮੁੱਦਿਆਂ ਉੱਤੇ ਸੱਦਿਆ ਜਾ ਸਕਦਾ ਹੈ ਜਿਹੜੇ ਪੂਰੀ ਕਮਿਊਨਿਟੀ ਨੂੰ ਇਫੈਕਟ ਕਰਦੇ ਹੋਣ। ਦੂਸਰਾ ਉਸਦਾ ਸਭ ਤੋਂ ਵੱਡਾ ਜਿਹੜਾ ਐਲੀਮੈਂਟ ਹੈ ਜਿਸ ਉੱਤੇ ਮੈਂ ਬਾਰ-ਬਾਰ ਜ਼ੋਰ ਦੇ ਰਿਹਾ, ਉਹ ਹੈ ਕੰਸੈਂਸਸ ਔਰ ਡਿਲੀਬਰੇਸ਼ਨਸ। ਡਿਸਕਸ਼ਨਸ ਹੋਣ, ਡਿਲੀਬਰੇਸ਼ਨਸ ਹੋਣ, ਔਰ ਜਿਹੜੀ ਕੌਮ ਹੈਗੀ ਹੈ ਫਿਰ ਅਗਰ ਮੰਨ ਲਓ ਅੱਜ 110 ਮੁਲਕਾਂ ਵਿੱਚ ਹੈ, ਪਰ ਹੁਣ ਤੇ ਅਸੀਂ ਜੋ ਸਮਾਂ ਵੇਖਦੇ ਹਾਂ ਤੇ ਦੋ ਧੜਿਆਂ ਦਾ ਆਪਸ ਵਿੱਚ ਕੋਈ ਕੰਸੈਂਸਸ ਨਹੀਂ ਬਣਦਾ, ਤੇ ਉਹ ਫਿਰ ਸਰਬਤ ਖਾਲਸਾ ਦਾ ਪਰਪਸ ਡਿਫੀਟ ਹੋ ਜਾਂਦਾ ਹੈ। ਸੋ ਜੋ 18ਵੀਂ ਸਦੀ ਦੀ ਜੋ ਪਰੰਪਰਾ ਸੀ, ਜੋ ਸਰਬਤ ਖਾਲਸਾ ਦੀ ਪਰੰਪਰਾ ਸੀ, ਉਹ ਇੱਕ ਬਹੁਤ ਵੱਡਾ ਇੱਕ ਐਗਜ਼ਾਮਪਲ ਹੈਗਾ ਕੌਮ ਵਾਸਤੇ ਔਰ ਫਿਊਚਰ ਜਨਰੇਸ਼ਨਸ ਵਾਸਤੇ ਵੀ, ਕਿ ਕਿਸ ਤਰ੍ਹਾਂ ਉਸ ਔਖੇ ਦੌਰ ਦੇ ਵਿੱਚ, ਉਸ ਔਖੀ ਸਦੀ ਦੇ ਵਿੱਚ ਸਿੱਖਾਂ ਨੇ ਐਸਾ ਇੱਕ ਇੰਸਟੀਟਿਊਸ਼ਨ ਬਣਾਇਆ ਜਿਹੜੇ ਆਪਣੇ ਆਪ ਦੇ ਵਿੱਚ ਇਤਨੀ ਵੱਡੀ, ਜਿਸ ਤਰ੍ਹਾਂ ਖੁਸ਼ਵੰਤ ਸਿੰਘ ਹੋਰਾਂ ਨੇ ਕਿਹਾ, ਤਾਕਤ ਬਣ ਕੇ ਉਭਰਿਆ ਕਿ ਉਸ ਨਾਲ ਉਹਨਾਂ ਦੀ ਜਿਹੜੀ ਮਿਲਟਰੀ ਸਟ੍ਰੈਟਜੀ, ਉਹਨਾਂ ਦੀ ਸੋਸ਼ਲ ਸਟ੍ਰੈਟਜੀ, ਉਹਨਾਂ ਦੀ ਰਿਲੀਜੀਅਸ ਸਟ੍ਰੈਟਜੀ ਤੇ ਔਰ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟ੍ਰੈਟਜੀ ਹੈ, ਉਹ ਇਕਜੁੱਟਤਾ ਨਾਲ ਔਰ ਬਿਨਾਂ ਕਿਸੇ ਵਿਵਾਦ ਦੇ ਉਸ ਉੱਤੇ ਡਿਸਕਸ਼ਨਸ ਹੁੰਦੀਆਂ ਸੀ, ਔਰ ਫਿਰ ਉਸ ਉੱਤੇ ਫੈਸਲੇ ਹੁੰਦੇ ਸੀ, ਔਰ ਫਿਰ ਉਸ ਫੈਸਲਿਆਂ ਦੇ ਉੱਤੇ ਚੱਲਿਆ ਵੀ ਜਾਂਦਾ ਸੀ। ਯਾਨੀ ਕਿ ਫੈਸਲੇ ਹੋ ਗਏ ਤੇ ਫੈਸਲਿਆਂ ਨੂੰ ਠੰਡੇ ਬਸਤੇ ਵਿੱਚ ਪਾਤਾ ਨਹੀਂ, ਉਸ ਉੱਤੇ ਫਿਰ ਅਮਲ ਵੀ ਹੁੰਦਾ ਸੀ। ਇਹ ਸੀ ਸਰਬਤ ਖਾਲਸਾ ਦਾ ਇੰਸਟੀਟਿਊਸ਼ਨ, ਸਰਬਤ ਖਾਲਸਾ ਦੀ ਪਰੰਪਰਾ।